अगस्त ਨੂੰ ਇੱਕ ਇਨਫੋਰਮੇਸ਼ਨ ਸਾਨੂੰ ਕਿਤੋਂ ਸੀਕ੍ਰੀਟ ਇਨਫੋਰਮੇਸ਼ਨ ਆਈ ਸੀ ਕਿ ਪੁਲਿਸ ਸਟੇਸ਼ਨ 39 ਦੇ ਏਰੀਆ 'ਚ ਕਿਤੇ ਕੋਈ ਕਿਡਨੈਪਿੰਗ ਤੇ ਐਕਸਟੋਰਸ਼ਨ ਤੇ ਲੁੱਟ ਦੀ ਵਾਰਦਾਤ ਹੋਈ ਹੈ। ਉਹਦੇ ਛਲੇ ਕੋਈ ਇਨਫੋਰਮੇਸ਼ਨ ਨਹੀਂ ਸੀ ਸਾਨੂੰ ਕਿਹਨੇ ਕੀਤੀ ਹੈ, ਕੌਣ ਕੰਪਲੇਨੈਂਟ ਹੈ। ਸਿਰਫ ਇੱਕ ਇਨਫੋਰਮੇਸ਼ਨ ਆਈ ਸੀ ਜਿਹਨੂੰ ਅਸੀਂ ਵੈਰੀਫਾਈ ਕਰ ਰਹੇ ਸੀ। ਸਾਡੇ ਕੋਲ ਕੋਈ 112 ਦੀ ਕਾਲ ਨਹੀਂ ਆਈ, ਕੋਈ ਫਾਰਮਲ ਕੰਪਲੇਂਟ ਨਹੀਂ ਆਈ ਇਸ ਰਿਗਾਰਡਿੰਗ। 4 ਤਰੀਕ ਨੂੰ ਸ਼ਾਮ ਨੂੰ ਅਗਲੇ ਦਿਨ ਵੀ ਅਸੀਂ ਵੈਰੀਫਾਈ ਕਰਦੇ ਰਹੇ। 5 ਤਰੀਕ ਨੂੰ ਸ਼ਾਮ ਨੂੰ ਸਾਨੂੰ ਫਿਰ ਸੀਨੀਅਰ ਆਫਿਸਰਸ ਨੂੰ ਇਨਫੋਰਮੇਸ਼ਨ ਆਈ ਕਿ ਇਸ ਤਰ੍ਹਾਂ ਦੀ ਕੋਈ ਇੰਸੀਡੈਂਟ ਹੋਇਆ। ਉਦੋਂ ਜਿਹੜੇ ਕੰਪਲੇਨੈਂਟਸ ਹੈ ਉਹਨਾਂ ਨੂੰ ਮੋਟੀਵੇਟ ਕੀਤਾ ਗਿਆ ਕਿ ਤੁਸੀਂ ਆਪਣਾ ਵਿਸ਼ਵਾਸ ਰੱਖ ਕੇ, ਪੁਲਿਸ 'ਚ ਵਿਸ਼ਵਾਸ ਰੱਖ ਕੇ ਤੁਸੀਂ ਆਓ, ਕੰਪਲੇਂਟ ਦਿਓ ਆਪਣੀ ਤੇ ਅਸੀਂ ਉਹਦੇ 'ਤੇ ਕਾਰਵਾਈ ਇੰਸ਼ੋਰ ਕਰਾਂਗੇ। ਕੰਪਲੇਨੈਂਟ ਦਾ ਨਾਮ ਹੈ ਸੰਜੇ ਗੋਇਲ, ਗਣੇਸ਼ ਨਗਰ ਬਠਿੰਡਾ ਦੇ ਰਹਿਣ ਵਾਲੇ ਹੈ। ਇਹ 5 ਤਰੀਕ ਨੂੰ ਸ਼ਾਮ ਨੂੰ ਸਾਡੇ ਕੋਲ ਆਉਂਦੇ ਹੈ ਅਤੇ ਇਹਨਾਂ ਨੇ ਆਪਣੀ ਸਟੇਟਮੈਂਟ 'ਚ ਦੱਸਿਆ ਕਿ 4 ਤਰੀਕ ਨੂੰ ਇਹ ਤਕਰੀਬਨ 1 ਕਰੋੜ 1 ਲੱਖ ਦਾ ਅਮਾਊਂਟ ਸੀ ਇਹਨਾਂ ਕੋਲ। ਇਹ ਚੰਡੀਗੜ੍ਹ ਕਿਸੇ ਆਪਣੇ ਕੰਮਕਾਜ ਦੇ ਸਿਲਸਿਲੇ 'ਚ ਅਮਾਊਂਟ ਲੈ ਕੇ ਆ ਰਹੇ ਸੀ। ਇੱਕ ਸਰਵੇਸ਼ ਦਾਮ ਦੇ ਬੰਦੇ ਨਾਲ ਇਹਨਾਂ ਦੀ ਗੱਲ ਹੋਈ ਜਿਹਨੇ ਇਹਨਾਂ ਦੀ ਕਰੰਸੀ ਐਕਸਚੇਂਜ ਦਾ ਕੁਝ ਕੰਮ ਸੀ, ਉਹਨਾਂ ਨੇ ਕਰਕੇ ਦੇਣੀ ਸੀ। ਸਰਵੇਸ਼ ਨੇ ਅੱਗੇ ਇੱਕ ਜਤਿੰਦਰ ਨਾਮ ਦੇ ਬੰਦੇ ਨਾਲ ਇਹਨਾਂ ਦਾ ਰਾਬਤਾ ਕਰਾਇਆ ਜੋ ਐਰੋ ਸਿਟੀ ਮੋਹਾਲੀ 'ਚ ਜਿਹਦੀ ਇੱਕ ਟਰੈਵਲ ਏਜੰਸੀ ਕੋਈ ਇਸ ਤਰ੍ਹਾਂ ਦੀ ਇਮੀਗ੍ਰੇਸ਼ਨ ਕੰਪਨੀ ਚੱਲ ਰਹੀ ਹੈ। ਜਤਿੰਦਰ ਕੋਲੇ ਪਹਿਲੇ ਜਾਂਦੇ हैं। संजय गोयल उनका ड्राइवर बठिंडे तो चल के आना है। पहले जतिंदर कोले ये अपना एरो सिटी जाते हैं। एरो सिटी तो जतिंदर ते 2 अणपछाते बंदे मर्सिडीज़ उत्थों इनू लेके 40 सैक्टर की मार्केट लेके आते हैं। उत्थे आके एक तीजा बंदा इन्हों फिर मिलता है। उहदा नाम हले तक अंकित गिल करके हले तक आइडेंटिफाई होया। हले होर कर रहे हैं जिहड़े कंप्लेनेंट्स ने जो दस्सिया हले तक। ਇਹ ਤਿੰਨੋਂ ਬੰਦਿਆਂ ਨੇ ਉਹਨਾਂ ਨਾਲ ਆ ਕੇ ਗੱਲਬਾਤ ਕੀਤੀ। ਆਪਣਾ ਉਹਨਾਂ ਦੀ ਗੱਡੀ 'ਚ ਆ ਕੇ ਬੈਠੇ ਸੈਕਟਰ 40 ਦੀ ਮਾਰਕੀਟ 'ਚ। ਇਹਨਾਂ ਦੀ ਗੱਲਬਾਤ ਹੋਈ, ਪੈਸੇ ਦਾ ਦੇਖਿਆ ਇਹਨਾਂ ਨੇ ਕਿ ਅਮਾਊਂਟ ਸਾਰਾ ਪੂਰਾ ਹੈ। ਉਹਨਾਂ ਤੋਂ ਕਨਫਰਮੇਸ਼ਨ ਲਿੱਤੀ। 500 ਦੇ ਨੋਟ ਜਿਵੇਂ ਕਿ ਤੁਸੀਂ ਦੇਖਿਆ ਇਹਨਾਂ ਤੋਂ ਕਨਫਰਮ ਕਰਕੇ ਇਹ ਕਹਿੰਦੇ ਕਿ ਦੂਜੀ ਪਾਰਟੀ ਆਉਣ ਵਾਲੀ ਹੈ ਅਤੇ ਤੁਸੀਂ ਵੇਟ ਕਰੋ। ਵੇਟ ਕਰਨ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਹੀ ਇੱਕ ਕੰਪਲੇਨੈਂਟ ਦਾ ਕਹਿਣਾ ਹੈ ਕਿ 3 ਬੰਦੇ ਉੱਥੇ ਆਉਂਦੇ ਹੈ ਜਿਨ੍ਹਾਂ 'ਚੋਂ ਇੱਕ ਵਰਦੀਧਾਰੀ ਬੰਦਾ ਸੀ, ਬਾਕੀ 2 ਬੰਦੇ ਸਿਵਲ ਡਰੈਸਡ ਸੀ। ਇਹਨਾਂ ਦੀ ਗੱਡੀ 'ਤੇ ਆ ਕੇ ਨੌਕ ਕਰਦੇ ਹੈ। ਉਹਦੀ ਸਰਚ ਹੁੰਦੀ ਹੈ। ਸਰਚ 'ਚ ਭਾਰੀ ਮਾਤਰਾ ਵਿੱਚ ਕੈਸ਼ ਜਿਹੜਾ ਬਰਾਮਦ ਹੁੰਦਾ ਹੈ। ਜਤਿੰਦਰ ਅਤੇ ਗਿੱਲ ਜਿਹੜੇ 2 ਐਂਟੀਟੀਜ਼ ਹੈ ਉੱਥੋਂ ਹੀ ਭੱਜ ਜਾਂਦੇ। ਜਦੋਂ ਹੀ ਪੁਲਿਸ ਪਹੁੰਚਦੀ ਹੈ ਉਹ ਦੋਨੋਂ ਉੱਥੋਂ ਐਬਸਕੌਂਡਿੰਗ ਹੋ ਜਾਂਦੇ ਹੈ ਅਤੇ ਜਿਹੜੀ ਇੱਕ ਮਰਸੀਡੀਜ਼ ਕਾਰ 'ਚ 2 ਅਣਪਛਾਤੇ ਬੰਦੇ ਸੀ ਉਹ ਵੀ ਮੌਕੇ ਤੋਂ ਭੱਜ ਗਏ। ਸਿਰਫ ਸਾਡੇ ਕੰਪਲੇਨੈਂਟ, ਉਹਨਾਂ ਦੇ ਡਰਾਈਵਰ ਅਤੇ ਕੈਸ਼ ਉੱਥੇ ਰਹਿ ਗਿਆ। ਉਸ ਤੋਂ ਬਾਅਦ ਇਹ 3 ਬੰਦੇ ਜਿਹੜੇ ਜਿਨ੍ਹਾਂ 'ਚੋਂ 2 ਇੱਕ ਪੁਲਿਸ ਮੁਲਾਜ਼ਮ ਸ਼ਨਾਖਤ ਹੋਇਆ, ਹਲੇ 2 ਦਾ ਪਤਾ ਲੱਗ ਰਿਹਾ। ਉਹ ਸਾਰੇ ਇਹਨਾਂ ਨੂੰ ਉੱਥੋਂ ਮੌਕੇ ਤੋਂ ਲਿਜਾ ਕੇ ਇਹਨਾਂ ਤੋਂ ਪੈਸੇ ਆਪਣੇ ਸਾਰੇ ਐਕਸਟੋਰਟ ਕਰਦੇ ਹੈ। 1 ਕਰੋੜ 1 ਲੱਖ ਦਾ ਅਮਾਊਂਟ ਉਹਨਾਂ ਤੋਂ ਐਕਸਟੋਰਟ ਕਰਦੇ ਹੈ। ਉਹਨਾਂ ਨੂੰ ਥ੍ਰੈਟਨ ਕਰਦੇ ਹੈ ਕਿ ਜੇ ਅਸੀਂ ਤੁਹਾਡੇ 'ਤੇ ਕੋਈ FIR ਕਰ ਦਾਂਗੇ, ਜੇ ਤੁਸੀਂ ਕਿਸੇ ਨੂੰ ਦੱਸਿਆ ਤਾਂ ਫਾਲਸ FIR ਕਰ ਦਾਂਗੇ ਤੁਹਾਡੇ 'ਤੇ। ਉਹਨਾਂ ਨੂੰ ਹੋਰ ਕਾਫੀ ਤਰ੍ਹਾਂ ਨਾਲ ਥ੍ਰੈਟਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਤੋਂ ਅਮਾਊਂਟ ਆਪਣੇ ਕੋਲ ਰੱਖ ਕੇ ਇਹਨਾਂ ਕੰਪਲੇਨੈਂਟਸ ਨੂੰ ਥ੍ਰੈਟਨ ਕਰਕੇ ਉਹਨਾਂ ਨੇ ਉੱਥੋਂ ਭੇਜਤਾ। ਜਦੋਂ ਇਹ ਕੰਪਲੇਨੈਂਟਸ ਉੱਥੋਂ ਚਲੇ ਗਏ, ਇਮੀਡੀਏਟਲੀ ਚੰਡੀਗੜ੍ਹ ਤੋਂ ਜਾ ਕੇ ਆਪਣਾ ਵਾਇਆ ਸੰਗਰੂਰ ਬਠਿੰਡਾ ਚਲੇ ਗਏ ਬਿਨਾਂ ਕੋਈ 112 ਦੀ ਕਾਲ ਕੀਤੇ ਤੇ ਕੋਈ ਕੰਪਲੇਂਟ ਦਿੱਤੇ। ਇਸ ਕਰਕੇ 4 ਤਰੀਕ ਨੂੰ ਪੁਲਿਸ ਵੱਲ ਨੂੰ ਇਸ ਬਾਰੇ ਇਨਫੋਰਮੇਸ਼ਨ ਨਹੀਂ ਆਈ। ਸਾਨੂੰ ਕਿਤੇ ਸੋਰਸਿਸ ਤੋਂ ਜ਼ਰੂਰ ਇਹਦੇ ਬਾਰੇ ਪਤਾ ਚੱਲਿਆ। 5 ਤਰੀਕ ਨੂੰ ਜਿਹੜੀ ਕਿ ਕੱਲ੍ਹ ਦੀ ਗੱਲ ਹੈ, 5 ਤਰੀਕ ਨੂੰ ਦੁਬਾਰਾ ਜਿਹੜੇ ਕੰਪਲੇਨੈਂਟਸ ਹੈ ਉਹ ਦੁਬਾਰਾ ਚੰਡੀਗੜ੍ਹ ਆਏ ਇਸ ਉਮੀਦ 'ਚ ਕਿ ਉਹ ਕਿਸੇ ਨੂੰ ਆਪਣੀ ਕੰਪਲੇਂਟ ਬਾਰੇ ਦੱਸਣਗੇ। ਪਹਿਲੇ ਉਹ ਮੋਹਾਲੀ ਗਏ, ਉਸ ਤੋਂ ਬਾਅਦ ਚੰਡੀਗੜ੍ਹ ਆਏ। ਚੰਡੀਗੜ੍ਹ ਆਉਣ ਤੋਂ ਬਾਅਦ ਕੰਪਲੇਨੈਂਟਸ ਨੂੰ ਇੱਕ ਪੁਲਿਸ ਦਾ ਸਬ ਇੰਸਪੈਕਟਰ ਜਿਹਦਾ ਨਾਮ ਨਵੀਨ ਫੁਗਾਟ ਹੈ, ਥਾਣੇ ਤੋਂ ਕੁਛ ਹੀ ਦੂਰੀ 'ਤੇ ਉਹਨਾਂ ਨੂੰ ਮਿਲਿਆ। ਉਹਨਾਂ ਨੇ ਪਛਾਣ ਲਿਆ ਕਿ ਇਹੀ ਬੰਦਾ ਸੀ ਜਿਹੜਾ ਸਾਨੂੰ ਕੱਲ੍ਹ ਮਿਲਿਆ। ਉਸ ਪੁਲਿਸ ਦੇ ਸਬ ਇੰਸਪੈਕਟਰ ਨੇ ਇਹਨਾਂ ਨੂੰ ਪਛਾਣ ਲਿਆ। ਆਪਸ ਦੋਨਾਂ ਦੀ ਪਛਾਣ ਹੋ ਗਈ। ਪੁਲਿਸ ਸਬ ਇੰਸਪੈਕਟਰ ਉਹਨਾਂ ਨੂੰ ਪਹਿਲੇ ਤਾਂ ਆਪਣੇ ਕਮਰੇ 'ਚ ਲੈ ਕੇ ਆਇਆ ਥਾਣੇ 'ਚ। ਇਮੀਡੀਏਟਲੀ ਜਦੋਂ ਉਹਨੂੰ ਰਿਅਲਾਈਜ਼ ਹੋਇਆ ਕਿ ਮੈਂ ਫਸ ਜਾਵਾਂਗਾ ਇਸ ਗੱਲ 'ਚ, ਉਹ ਉਹਨਾਂ ਨੂੰ ਥਾਣੇ ਤੋਂ ਬਾਹਰ ਲੈ ਗਿਆ। ਥਾਣੇ 'ਚ ਹੋਰ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਕਿਹੜੇ ਕੰਪਲੇਨੈਂਟ ਆਏ ਸੀ, ਕਿਹੜੇ ਉੱਥੋਂ ਚਲੇ ਗਏ। ਸਬ ਇੰਸਪੈਕਟਰ ਨਵੀਨ ਉਹਨਾਂ ਨੂੰ ਦੁਬਾਰਾ ਉੱਥੋਂ ਲੈ ਜਾਂਦਾ। ਉਹਨਾਂ 'ਚੋਂ ਇੱਕ ਬੰਦੇ ਨੂੰ ਆਪਣੀ ਗੱਡੀ 'ਚ ਬਿਠਾਉਂਦਾ ਅਤੇ ਬਾਕੀਆਂ ਨੂੰ ਕਹਿੰਦਾ ਮੈਨੂੰ ਫੋਲੋ ਕਰੋ। ਆਪਣੇ ਨਾਲ ਉਹਨਾਂ ਨੂੰ ਗੱਡੀ 'ਚ ਲਿਜਾ ਕੇ ਕਾਫੀ ਦੇਰ ਇੱਧਰ ਉੱਧਰ ਉਹਨੂੰ ਘੁਮਾਉਂਦਾ ਅਤੇ ਦੋਨਾਂ ਆਪਸ 'ਚ ਫੇਰ ਗੱਲ ਹੁੰਦੀ ਹੈ। ਇਹ ਕਹਿੰਦੇ ਅਸੀਂ ਕੰਪਲੇਂਟ ਕਰਾਂਗੇ। ਉਹ ਇਹਨਾਂ ਨੂੰ ਕੋਰਸ ਕਰਦਾ ਵੀ ਤੁਸੀਂ ਕੰਪਲੇਂਟ ਨਾ ਕਰੋ। ਫਿਰ ਥ੍ਰੈਟਨ ਅਤੇ ਇੰਟੀਮੀਡੇਟ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਜਿਹੜੇ ਇਹ ਕੰਪਲੇਨੈਂਟ ਦੇ ਨਾਲ ਇੱਕ ਬੰਦਾ ਆਇਆ ਸੀ ਹੈਪੀ ਕਰਕੇ, ਜਿਹਨੂੰ ਨਵੀਨ ਨੇ ਆਪਣੀ ਗੱਡੀ 'ਚ ਬਿਠਾਇਆ ਸੀ, ਉਹਦੇ ਨਾਲ ਇਹਨੇ ਪ੍ਰੋਮਿਸ ਕੀਤਾ ਕਿ ਮੈਂ ਤੈਨੂੰ 84 ਲੱਖ ਦਾ ਅਮਾਊਂਟ ਮੈਂ ਤੈਨੂੰ ਵਾਪਸ ਕਰ ਦਾਂਗਾ। ਇਹਨੂੰ ਉੱਥੇ ਵੇਟ ਕਰਾਉਂਦਾ ਨਵੀਨ ਕਿਤੇ ਜਾ ਕੇ ਅਨਡਿਸਕਲੋਜ਼ ਲੋਕੇਸ਼ਨ 'ਤੇ ਜਾ ਕੇ ਸਾਰਾ ਕੈਸ਼ ਰਿਟਰੀਵ ਕਰਕੇ ਲਿਆ ਕੇ ਇਹਨੂੰ 2 ਬੈਗਸ ਉਹਨੇ ਕੈਸ਼ ਦੇ ਫੜਾ ਦਿੱਤੇ।
ਉਹ 2 ਬੈਗਸ ਕੈਸ਼ ਲੈ ਕੇ ਜਿਹੜਾ ਹੈਪੀ ਨਾਮ ਦਾ ਮੁੰਡਾ ਉਹ ਫਿਰ ਪੁਲਿਸ ਸਟੇਸ਼ਨ ਨਹੀਂ ਆਇਆ, ਉੱਥੋਂ ਚਲੇ ਗਏ। ਜਦੋਂ ਦੁਬਾਰਾ ਉਹਨਾਂ ਨੂੰ ਕਾਲ ਕੀਤਾ ਗਿਆ, ਉਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਪੁਲਿਸ ਡਿਪਾਰਟਮੈਂਟ ਵੱਲੋਂ ਕਿ ਜਿਹੜੀ ਵੀ ਤੁਹਾਡੀ ਗ੍ਰੀਵੈਂਸ ਅਸੀਂ ਰਿਡਰੈਸ ਕਰਾਂਗੇ। ਕੰਪਲੇਨੈਂਟਸ ਦੇ ਮਨ 'ਚ ਨੈਚੁਰਲੀ ਬਹੁਤ ਡਰ ਸੀ, ਕਿਉਂਕਿ ਐਸਆਈ ਨਵੀਨ ਨੇ ਉਹਨਾਂ ਨੂੰ ਪੂਰਾ ਥ੍ਰੈਟਨ ਕੀਤਾ, ਡਰਾਇਆ। ਕੰਪਲੇਨੈਂਟਸ ਦੀ ਵਰਜਨ ਦੇ ਅਕੋਰਡਿੰਗ ਝੂਠੀ ਐਫਆਈਆਰ 'ਚ ਫਸਾਉਣ ਦੀ ਉਹਨਾਂ 'ਤੇ ਪੂਰਾ ਥ੍ਰੈਟਨ ਕੀਤਾ, ਇਸ ਕਰਕੇ ਪੁਲਿਸ ਸਟੇਸ਼ਨ ਆਉਣ ਤੋਂ ਵੀ ਉਹ ਡਰੇ। ਬਟ ਜਦੋਂ ਸੀਨੀਅਰ ਆਫਿਸਰ ਦੀ ਇੰਟਰਵੈਂਸ਼ਨ ਨਾਲ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ, ਮੈਂ ਡੀਐਸਪੀ ਸਾਊਥ ਵੈਸਟ ਤੇ ਐਸਐਚਓ ਮਲੋਆ, ਐਸਐਚਓ 39 ਕਿਉਂਕਿ ਮੈਡੀਕਲ ਰੈਸਟ 'ਤੇ ਹੈ, ਐਸਐਚਓ ਮਲੋਆ ਕੋਲ ਚਾਰਜ ਹੈ ਪਰਸੋਂ ਤੋਂ ਹੀ। ਐਸਐਚਓ ਮਲੋਆ ਤੇ 39 ਆਪਣਾ ਸਾਊਥ ਵੈਸਟ ਡੀਐਸਪੀ ਸਾਹਿਬ, ਇਹਨਾਂ ਨੂੰ ਥਾਣੇ ਭੇਜਿਆ ਗਿਆ। ਕੰਪਲੇਨੈਂਟਸ ਨੂੰ ਮੋਟੀਵੇਟ ਕਰਕੇ ਥਾਣੇ ਬੁਲਾਇਆ, ਸਾਰੀ ਉਹਨਾਂ ਤੋਂ ਗੱਲ ਸੁਣੀ, ਵੈਰੀਫਾਈ ਕੀਤੀ, ਤੇ ਜਦੋਂ ਸਾਨੂੰ ਇਹ ਸਾਰੀ ਗੱਲ ਦਾ ਪਤਾ ਲੱਗਿਆ ਇਮੀਡੀਏਟਲੀ ਐਫਆਈਆਰ ਰਜਿਸਟਰ ਕਰਕੇ ਅਸੀਂ ਇਹਦੇ 'ਤੇ ਐਕਸ਼ਨ ਲਿੱਤਾ। ਇਹ ਕੱਲ੍ਹ ਰਾਤ ਦੀ ਗੱਲ ਹੈ, ਸਾਨੂੰ ਤਕਰੀਬਨ 8-9 ਵਜੇ ਦਾ ਪਤਾ ਲੱਗਿਆ ਸਾਰੀ ਗੱਲ ਦਾ, ਜਦੋਂ ਕੰਪਲੇਨੈਂਟ ਸਾਡੇ ਕੋਲ ਪਹੁੰਚੇ ਤੇ ਇਮੀਡੀਏਟਲੀ ਉਹਨਾਂ ਦੀ ਸਟੇਟਮੈਂਟ ਨੋਟ ਕਰਕੇ ਕੱਲ੍ਹ अर्ਲੀ ਮਾਰਨਿੰਗ ਅਸੀਂ ਇਹਦੇ 'ਤੇ ਐਕਸ਼ਨ ਲੈ ਕੇ ਐਫਆਈਆਰ ਕਰਤੀ। ਜਿਹੜੇ ਕੰਪਲੇਨੈਂਟ, ਇੱਕ ਉਹਨਾਂ ਦੇ ਦੋਸਤ ਹੈਪੀ ਕਰਕੇ ਜਿਹੜਾ ਬੰਦਾ ਹੈ, ਉਹ ਸਾਰੇ ਕੈਸ਼ ਜਿਹੜਾ ਉਹਨੇ ਵਾਪਸ ਵੀ ਕੀਤਾ, ਕੁਝ ਕੈਸ਼ ਅਮਾਊਂਟ ਉਹ ਲੈ ਕੇ ਬਠਿੰਡੇ ਚਲੇ ਗਏ ਸੀ, ਉਹਨਾਂ ਨੂੰ ਵੀ ਮੋਟੀਵੇਟ ਕਰਕੇ ਵਾਪਸ ਬੁਲਾਇਆ ਗਿਆ। ਉਹਨਾਂ ਨੂੰ ਅਸ਼ੋਰੈਂਸ ਦਿੱਤੀ ਗਈ ਕਿ ਪੁਲਿਸ ਬਿਲਕੁਲ ਫੇਅਰਲੀ ਇਸ ਕੇਸ ਨੂੰ ਇਨਵੈਸਟੀਗੇਟ ਕਰੇਗੀ, ਜੋ ਕਿ ਉਹਨਾਂ ਨੇ ਆ ਕੇ ਵਾਪਸ ਇਹ ਕੈਸ਼ ਜਿਹੜਾ ਨਵੀਨ ਤੋਂ ਉਹਨਾਂ ਨੇ ਲਿਆ ਸੀ ਸਾਨੂੰ ਦਿੱਤਾ। ਉਹ ਸਾਰਾ 75 ਲੱਖ ਦਾ ਅਮਾਊਂਟ ਕੇਸ 'ਚ ਫਾਰਮਲੀ ਅਸੀਂ ਸੀਜ਼ ਕੀਤਾ, ਰਿਕਵਰ ਕੀਤਾ ਤੇ ਪ੍ਰੋਪਰ ਕੋਰਟ ਦੀ ਕਾਰਵਾਈ ਤੋਂ ਬਾਅਦ ਕੰਪਲੇਨੈਂਟਸ ਨੂੰ ਵਾਪਸ ਕੀਤਾ ਜਾਏਗਾ। ਇਹਦੀ ਇਨਫੋਰਮੇਸ਼ਨ ਮਿਲਣ 'ਤੇ ਐਫਆਈਆਰ ਨੰਬਰ 140/23, 365, 386, 420, 506, 120 ਵਿੱਚ ਰਜਿਸਟਰ ਕੀਤੀ ਗਈ ਹੈ। ਜਿਹੜੇ ਐਸਆਈ ਨਵੀਨ, ਹੋਰ ਜਿਹੜੇ ਬੰਦੇ ਇਹਨਾਂ 'ਚ ਜਿਨ੍ਹਾਂ ਦੇ ਨਾਮ ਆਏ, ਸਰਵੇਸ਼, ਜਤਿੰਦਰ, ਅੰਕਿਤ ਗਿੱਲ, ਨਵੀਨ ਦੇ ਨਾਲ 2 ਅਣਪਛਾਤੇ ਹੋਰ ਬੰਦੇ, ਉਹ ਪੁਲਿਸ ਦੇ ਹੈ ਕਿ ਨਹੀਂ ਹੈ ਉਹ ਹਾਲੇ ਅਸੀਂ ਵੈਰੀਫਾਈ ਕਰ ਰਹੇ ਹਾਂ, ਕਿਉਂਕਿ ਕੰਪਲੇਨੈਂਟਸ ਨੂੰ ਸਾਰੇ ਹੋਰ ਵੀ ਮੁਲਾਜ਼ਮਾਂ ਦੀ ਫੋਟੋਆਂ ਦਿਖਾਈਆਂ ਗਈਆਂ ਜੋ ਕਿਸੇ ਨੇ ਉਹਨਾਂ ਨੇ ਆਇਡੈਂਟੀਫਾਈ ਨਹੀਂ ਕੀਤੇ। ਐਰੋ ਸਿਟੀ ਤੋਂ 2 ਹੋਰ ਅਣਪਛਾਤੇ ਬੰਦੇ ਆਏ ਸੀ, ਸਾਰਿਆਂ ਦੇ ਖਿਲਾਫ ਇਹ ਐਫਆਈਆਰ ਦਰਜ ਕੀਤੀ ਹੈ। ਜਿੰਨੇ ਸਾਨੂੰ ਆਇਡੈਂਟੀਫਾਈ ਹੋਏ ਸਾਰੇ ਹੀ ਐਬਸਕੌਂਡਿੰਗ ਹੈ ਅੱਜ ਦੀ ਡੇਟ 'ਚ, ਤੇ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਲੱਗ-ਅਲੱਗ ਟੀਮਾਂ ਸਾਡੀਆਂ ਉਹਨਾਂ ਨੂੰ ਫੜਨ 'ਤੇ ਲੱਗੀਆਂ ਹੋਈਆਂ। ਕੈਸ਼ ਜਿਹੜਾ ਮੈਕਸਿਮਮ ਅਮਾਊਂਟ ਜਿਹੜਾ ਰਿਕਵਰ ਕਰ ਲਿੱਤਾ ਗਿਆ ਹੈ। ਇਹਦੇ 'ਚ ਜਿਹੜੇ ਸਬ ਇੰਸਪੈਕਟਰ ਆਪਣਾ ਨਵੀਨ ਫੋਗਾਟ ਹੈ, ਇਹਨਾਂ ਨੂੰ ਕਿਉਂਕਿ ਸਭ ਤੋਂ ਪਹਿਲੇ ਤਾਂ ਇੱਕ ਤਾਂ ਐਕਸਟੋਰਸ਼ਨ ਤੇ ਇੰਟੀਮੀਡੇਸ਼ਨ ਕੀਤੀ ਗਈ ਝੂਠੀ ਐਫਆਈਆਰ ਦੇ ਡਰ ਨਾਲ। ਉਸ ਤੋਂ ਬਾਅਦ ਜਦੋਂ ਕੰਪਲੇਨੈਂਟ ਦੁਆਰਾ ਥਾਣੇ ਆਏ ਕੰਪਲੇਂਟ ਕਰਨ, ਤੇ ਉਹਨਾਂ ਨੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ, ਦੁਆਰਾ ਉਹਨਾਂ ਨੂੰ ਇਨਫਲੂਐਂਸ ਕਰਕੇ ਉਹਨਾਂ ਨੂੰ ਫਿਰ ਉਹਨਾਂ ਨੂੰ ਡਰਾ ਧਮਕਾ ਕੇ ਦੁਆਰਾ ਭੇਜਿਆ ਗਿਆ। ਫਿਰ ਵੀ ਪੂਰਾ ਅਮਾਊਂਟ ਨਹੀਂ ਉਹਨਾਂ ਵੱਲੋਂ ਦਿੱਤਾ ਗਿਆ, ਹੋਰ ਡਬਲ ਅਸੀਂ ਕਹਿ ਸਕਦੇ ਹਾਂ ਇਸ 'ਚ ਕ੍ਰਿਮੀਨੈਲਿਟੀ ਆਈ ਸਾਹਮਣੇ। ਇਸ ਕਰਕੇ ਵਿਟਨੈਸਿਸ ਨੂੰ ਧਮਕਾਉਣ ਤੇ ਇੰਟੀਮੀਡੇਟ ਕਰਨ ਦੇ ਆਰੋਪ 'ਚ ਉਹਨਾਂ ਨੂੰ ਸਮੈਰਲੀ ਡਿਸਮਿਸ ਕੀਤਾ ਜਾਂਦਾ ਸਰਵਿਸ ਤੋਂ। ਉਹਦੇ ਆਰਡਰਸ ਹੋ ਗਏ ਨੇ ਤੇ ਹੁਣ ਅੱਗੇ ਦੀ ਤਫਤੀਸ਼ ਸਾਡੀ ਜਾਰੀ ਹੈ। ਜਦੋਂ ਵੀ ਕੋਈ ਵੀ ਅੱਗੇ ਖੁਲਾਸਾ ਹੋਏਗਾ ਤੁਹਾਨੂੰ ਅਪਡੇਟ ਕੀਤਾ ਜਾਵੇਗਾ ਤੇ ਸਾਰੇ ਬੰਦਿਆਂ ਨੂੰ ਅਰੈਸਟ ਕਰਕੇ ਅਸੀਂ कंप्लेनेंट्स को जस्टिस दिलावांगे। 4 बाई नेम है, बाकी अननोन है जी। मैम ये सारी जो वारदात हुई है इसमें किसी और भी मतलब अभी तक कुछ सीनियर अफसरों को बंद कर वगैरह कुछ इन्वेस्टिगेशन, जिवें मैं तुहानूं दस्सिया 4 तरीक नूं सानूं इन्फॉर्मेशन आई सी, सीक्रेट इन्फॉर्मेशन आई सी कुछ सोर्सेस तो कि इस तरह की वारदात हुई है। उदों तो ही असीं वैरीफाई करने की कोशिश की, बट क्योंकि कंप्लेनेंट कोई सामने नहीं आ रही सी, जिवें कि जाहिर है उन्होंने थ्रैटन किया गया सी, इंटीमीडेट किया गया सी। सीनियर ऑफिसर की अश्योरेंस ते उन्हां दी जिहड़ी आपां क्विकली इहदे ते जदों साडी ध्यान च आया मामला, असीं इमीडिएटली एफआईआर दर्ज की है। उन्होंने साडे च कॉन्फिडेंस दिखाया, इसे करके अगे सारी कार्रवाई हुई है। इसे करके उन्होंने जिहड़ा अमाउंट भी रिकवर किया सानूं दिता है आके, ते क्योंकि सीनियर ऑफिसर की अश्योरेंस सी, इसे करके उन्होंने हुण विश्वास दवाया ते हुण साडे नाल कंप्लेनेंट्स कोऑपरेट कर रहे हैं। ये जी हले देखो जिहड़ी मैं तुहानूं एग्जैक्टली तुहानूं स्टोरी दसदी, इन्हां दी कनाइवेंस आपस च की सी, ਜਿਹੜੇ ਹੋਰ भी बंदे हैं 3 जिन्हों ने प्राइवेट जिन्हों पर एफआईआर दर्ज है उन्होंने हले अरेस्ट होएगी। हले तक क्योंकि वो एब्सकॉन्डिंग है, सानू यही लग रहा है कि कोई ना कोई कॉन्स्पिरेसी ये जरूर है। 120 भी धारा ये लगी है क्रिमिनल कॉन्स्पिरेसी की। बाकी जी सारी गल इन्हों की अरेस्ट तो बाद सानू अनरैवल जी वो साडा मामला नहीं पुलिस का। कंप्लेनेंट ने सानू कहा कि उहदे कोल इहदा पैसा सी जिहड़ा उन्होंने आपे आके डिस्कलोज किया ते उहदे तो अपना चोरी होया सी, उहदे तो स्नैच होया है, एक्सटॉर्शन हुई है। बाकी जी गल है इनकम टैक्स डिपार्टमेंट की होर है, वो उत्थे जस्टिफाई कर सकते, वो भी देखो इन्वेस्टिगेशन का पार्ट है। वो हुण कंप्लेनेंट क्योंकि आपे आए हैं, दे मस्ट बी हैविंग गुड जस्टिफिकेशन फॉर दैट। ये सारे तुसीं देखिया जी हुणे अभी रिकवर किया अमाउंट, वो सेम अमाउंट है 500 के नोट सी सारे, किते नहीं आया जी। ये तो कंप्लेनेंट जिहड़ा अमाउंट लेके आया सी सिर्फ वही अमाउंट है
ਜਿਹੜੀ ਇਹਨਾਂ ਨੂੰ ਪ੍ਰੋਮਿਸ ਕੀਤਾ ਗਿਆ ਸੀ ਦੂਜੀ ਪਾਰਟੀ ਦੇਗੀ, ਉਹ ਤਾਂ ਕਦੀ ਪਿਕਚਰ 'ਚ ਆਇਆ ਹੀ ਨਹੀਂ ਜੀ ਕਿ ਤੁਹਾਡੇ ਤੇ ਝੂਠੀ ਐਫਆਈਆਰ ਕਰ ਦਾਂਗੇ। ਇਹਨਾਂ ਨੂੰ ਇਹ ਵੀ ਬੋਲਿਆ ਗਿਆ ਕਿ ਤੁਸੀਂ ਇਹ ਅਮਾਉਂਟ ਕਿਸੇ ਇਲੀਗਲ ਕੰਮ ਲਈ ਲਿਆਏ ਹੋ, ਤੁਸੀਂ ਇਹ ਅਮਾਉਂਟ ਕਿਸੇ ਕਮਿਊਨਲ ਰਾਈਟ ਲਈ ਯੂਜ਼ ਕਰੋਗੇ, ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਗਈਆਂ ਤੇ ਉਹਨਾਂ ਨੂੰ ਡਰਾਇਆ ਗਿਆ। ਇਸ ਵਾਲੀ ਕੋਈ ਗੱਲ ਨਹੀਂ ਜਿਹਦੇ ਸਾਹਮਣੇ ਆਈ। ਜਿਵੇਂ ਕਿ ਆਪਾਂ ਪਹਿਲੇ ਦੱਸ ਰਹੇ ਹਾਂ ਕਿ ਕੋਈ ਨਾ ਕੋਈ ਕ੍ਰਿਮੀਨਲ ਕਨਸਪੀਰੇਸੀ ਜ਼ਰੂਰ ਹੈ, ਇਹਦੇ 'ਚ 120 ਵੀ ਆਪਾਂ ਲਾਈ ਹੈ। ਜਿਹੜੀ ਸਾਰੀ ਸਟੋਰੀ ਸੁਣ ਕੇ ਸਾਨੂੰ ਗੱਲ ਇਹਦੇ 'ਚ ਸਮਝ ਆਈ ਹੈ, ਗਸ਼ਤ ਤੇ ਨਹੀਂ ਸੀ, ਮਾਰਕੀਟ ਦੇ ਵਿੱਚ ਜਾ ਕੇ ਇਹਨਾਂ ਨੇ ਇਮੀਡੀਏਟਲੀ ਉਸੇ ਕਾਰ ਨੂੰ ਨੌਕ ਕੀਤਾ ਤੇ ਉੱਥੇ ਕੋਈ ਨਾ ਕੋਈ ਜ਼ਰੂਰ ਇਹਨਾਂ ਦੀ ਕਨਸਪੀਰੇਸੀ ਰਹੀ ਹੋਏਗੀ। 3 ਪ੍ਰਾਈਵੇਟ ਬੰਦੇ ਤੇ 1 ਪੁਲਿਸ ਦਾ ਮੁਲਾਜ਼ਮ, ਤੇ ਇਹ ਸਾਰੀ ਜਿਹੜੀ ਕਨਸਪੀਰੇਸੀ ਅਨਰੈਵਲ ਉਦੋਂ ਹੋਏਗੀ ਜਦੋਂ ਇਹਨਾਂ ਦੀ ਅਰੈਸਟ ਹੋਏਗੀ। ਉਹ ਵੀ ਜਲਦੀ ਕਰਕੇ ਅਸੀਂ ਇਹਨਾਂ ਨੂੰ ਉਹ ਕਰਾਂਗੇ। ਇਹ ਸਬ ਇੰਸਪੈਕਟਰ ਨਵੀਨ ਫੁਗਾਟ ਹੈ ਜਿਹੜਾ, ਇਹਦੇ 'ਚ ਪਹਿਲੇ ਇੱਕ ਰੇਪ ਦਾ ਕੇਸ ਇਹਦੇ ਤੇ ਦਰਜ ਸੀ, ਉਹਦੇ 'ਚ ਡਿਸਮਿਸ ਹੋਇਆ ਸੀ। ਉਸ ਤੋਂ ਬਾਅਦ ਰੇਪ ਕੇਸ 'ਚ ਇਹਦੀ ਬਹਾਲੀ ਐਕੁਇਟਲ ਹੋ ਗਿਆ ਸੀ, ਇਹ ਕੋਰਟ ਤੋਂ ਬਾਇਜ਼ਤ ਬਰੀ ਹੋਇਆ। ਕ੍ਰਿਮੀਨਲ ਬੈਕਗਰਾਉਂਡ ਨਾ ਹੋਣ, ਕਿਉਂਕਿ ਬੈਕਗਰਾਉਂਡ ਜ਼ਰੂਰ ਸੀ ਬਟ ਹੁਣ ਕ੍ਰਿਮੀਨਲ ਕੇਸ ਕੋਈ ਪੈਂਡਿੰਗ ਨਹੀਂ ਸੀ। ਜਿਹਨੇ ਤੇ ਕ੍ਰਿਮੀਨਲ ਕੇਸਿਸ ਪੈਂਡਿੰਗ ਹੁੰਦੇ ਹੈ ਉਹਨਾਂ ਦੀ ਪੁਲਿਸ ਸਟੇਸ਼ਨ 'ਚ ਪੋਸਟਿੰਗ ਨਹੀਂ ਹੁੰਦੀ, ਬਿਕੋਜ਼ ਦੇਰ ਵਾਜ਼ ਨੋ ਕ੍ਰਿਮੀਨਲ ਕੇਸ ਪੈਂਡਿੰਗ ਅਗੇਂਸਟ ਹਿਮ। ਡਿਊ ਪ੍ਰੋਸੀਜਰ ਤੋਂ ਬਾਅਦ ਇਸ ਨੂੰ ਬਹਾਲ ਕੀਤਾ ਗਿਆ ਸੀ। ਉਸ ਤੋਂ ਬਾਅਦ ਇਹਦੀ ਨਾਰਮਲ ਰੂਟੀਨ 'ਚ ਇਹਦੀ ਪੋਸਟਿੰਗ ਹੋਈ ਸੀ। ਬਟ ਜਿਹੜਾ ਇਹਨਾਂ ਦਾ ਪਰਸਨਲ ਕੰਡਕਟ ਹੈ ਉਹ ਅਸੀਂ ਹੁਣ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਕੇਸ 'ਚ ਇਨਵੋਲਵ ਹੋ ਕੇ, ਇਸ ਕਰਕੇ ਇਮੀਡੀਏਟਲੀ ਇਹਨਾਂ ਨੂੰ ਹੁਣ ਵਿਟਨੈਸ ਨੂੰ ਵੀ ਅੱਗੇ ਥ੍ਰੈਟਨ ਕਰ ਰਹੇ, ਇਸ ਕਰਕੇ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ। ਇਹਨੇ ਕੰਪਲੇਨੈਂਟ ਜੀ ਇਹਨਾਂ ਨੇ ਘਰ ਜਾ ਕੇ ਆਪਣੀ ਗਿਣਤੀ ਕੀਤੀ ਤਾਂ ਉਹਦੇ 'ਚ 75 ਲੱਖ ਦਾ ਅਮਾਊਂਟ ਆਇਆ ਤੇ ਉਹ ਇਹਨਾਂ ਨੇ ਆ ਕੇ ਸਾਡੇ ਕੋਲ ਸਰੈਂਡਰ ਕੀਤਾ। ਨਹੀਂ ਬਿਲਕੁਲ ਜੀ, ਪਰਸਨਲ ਕਪੈਸਿਟੀ 'ਚ ਕੀਤਾ। ਜੋ ਵੀ ਹਲੇ ਕੰਪਲੇਨੈਂਟਸ ਨੇ ਐਜ਼ ਇਟ ਇਜ਼ ਸਾਨੂੰ ਗੱਲ ਦੱਸੀ ਹੈ, ਸਾਰੀ FIR 'ਚ ਰਿਕਾਰਡਡ ਹੈ, ਤੁਹਾਡੇ ਕੋਲ ਸਾਰਿਆਂ ਕੋਲ ਇਨਫੋਰਮੇਸ਼ਨ ਹੈ ਪੂਰੀ ਉਹਦੇ ਬਾਰੇ। ਨਹੀਂ ਬਿਲਕੁਲ ਜੀ, ਪਰਸਨਲ ਕਪੈਸਿਟੀ 'ਚ ਕੀਤਾ। ਜੋ ਵੀ ਹਲੇ ਕੰਪਲੇਨੈਂਟਸ ਨੇ ਐਜ਼ ਇਟ ਇਜ਼ ਸਾਨੂੰ ਗੱਲ ਦੱਸੀ ਹੈ, ਸਾਰੀ FIR 'ਚ ਰਿਕਾਰਡਡ ਹੈ, ਤੁਹਾਡੇ ਕੋਲ ਸਾਰਿਆਂ ਕੋਲ ਇਨਫੋਰਮੇਸ਼ਨ ਹੈ ਪੂਰੀ ਉਹਦੇ ਬਾਰੇ। ਤੇ ਅੱਗੇ ਵੀ ਜੋ ਹੁਣ ਡਿਸਕਲੋਜ਼ਰ ਹੋਏਗਾ ਉਹ ਵੀ ਸਾਰਾ ਆਪਾਂ ਹਿਸਾਬ ਨਾਲ ਉਹ ਐਕਸਚੇਂਜ ਹੀ ਕਰਨ ਆਈ ਸੀ। ਕੰਪਲੇਨੈਂਟ ਦੇ ਹਿਸਾਬ ਨਾਲ ਉਹ ਐਕਸਚੇਂਜ ਹੀ ਕਰਨ ਆਈ ਸੀ। ਡੀਲ ਹੋਈ ਹੁਣ ਉਹਦੇ ਲਈ ਤਾਂ ਉਹ ਉਹੀ ਕਰਨ ਆਈ ਸੀ। ਆਪਣਾ ਪੁਲਿਸ ਦਾ ਕੰਮ ਉੱਥੇ ਸ਼ੁਰੂ ਹੁੰਦਾ ਜਦੋਂ ਇਹਨਾਂ ਦਾ ਪੈਸਾ ਜਿਹੜਾ ਹੈ ਉਹ ਕਿਸੇ ਨੇ ਐਕਸਟੋਰਟ ਕਰਕੇ ਲੈ ਗਿਆ। ਜਿਹੜੀ ਆਪਣੀ ਇਹਨੇ ਬਾਕੀ ਲੀਗਲ ਕਾਰਵਾਈ ਹੈ ਉਹ ਆਪਣੀ ਅਲੱਗ ਤੌਰ ਤੇ ਦੇਖੀ। ਇਨਕਮ ਟੈਕਸ ਨੂੰ ਤੁਸੀਂ ਲਿਖੋਗੇ ਉਹ ਨੈਚੁਰਲੀ ਜੀ ਅਲੱਗ-ਅਲੱਗ ਏਜੰਸੀਜ਼ ਇਨਵੋਲਵ ਹੋਣਗੀਆਂ, ਜੋ ਵੀ ਇਹਦੇ 'ਚ ਨਿਕਲੇਗਾ ਉਹਦੇ 'ਚ ਆਪਣਾ ਮੈਮ ਇਸ ਤਰ੍ਹਾਂ ਐਵਰੀਵਨ। ਤਾਂ ਆਪਾਂ ਇਹ ਕਰਦੇ ਹਾਂ ਆਪਾਂ ਕਿ ਤੁਸੀਂ ਜਿਹੜੀ ਮਾਰਨਿੰਗ ਬਰੀਫਿੰਗ ਹੁੰਦੀ ਹੈ, ਅਸੀਂ ਡਿਊਟੀ ਬਾਰੇ ਬਰੀਫ ਕਰਦੇ ਹਾਂ। ਇਹ ਬਰੀਫਿੰਗ ਕਰਨਾ ਕਿ ਕਰਪਸ਼ਨ ਨਹੀਂ ਹੈ, ਕੋਈ ਬਰੀਫਿੰਗ ਨਹੀਂ ਹੈ, ਇਹ ਤਾਂ ਤੁਹਾਡੀ ਲਾਅ ਬਾਉਂਡ ਡਿਊਟੀ ਹੈ ਸਾਡੀ ਕਿ ਆਪਾਂ ਇਮਾਨਦਾਰੀ ਨਾਲ ਆਪਣੀ ਤਨਦੇਹੀ ਨਾਲ ਡਿਊਟੀ ਕਰੀਏ। ਤੇ ਜੇ ਕੋਈ ਮੁਲਾਜ਼ਮ ਗੜਬੜ ਕਰਦਾ ਹੈ ਤੇ ਜੇ ਕੋਈ ਮੁਲਾਜ਼ਮ ਕ੍ਰਿਮੀਨਲ ਐਕਸ਼ਨ ਕਰਦਾ ਹੈ ਉਹ ਤੇ ਉਹਦੇ 'ਚ ਤੇ ਕ੍ਰਿਮੀਨਲ 'ਚ ਕੋਈ ਫਰਕ ਨਹੀਂ ਹੈ ਸਾਡੇ ਵੱਲੋਂ। ਜਿਵੇਂ ਕਿ ਤੁਸੀਂ ਇਸ ਕੇਸ 'ਚ ਦੇਖ ਸਕਦੇ ਹੋ, ਜਿਵੇਂ ਹੀ ਸੀਨੀਅਰ ਆਫਿਸਰ ਦੇ ਧਿਆਨ 'ਚ ਆਇਆ, ਮੇਰੇ ਧਿਆਨ 'ਚ ਆਇਆ, DSP ਸਾਹਿਬ ਨੂੰ ਅਸੀਂ ਇਮੀਡੀਏਟਲੀ ਉੱਥੇ ਭੇਜਿਆ ਤੇ ਇਮੀਡੀਏਟਲੀ ਅਸੀਂ ਇਨਸ਼ੋਰ ਕੀਤਾ ਕਿ ਵਿਦਆਊਟ ਡਿਲੇ FIR ਰਜਿਸਟਰ ਹੋਵੇ ਤੇ ਜਿਹੜੇ ਵੀ ਕਲਪ੍ਰਿਟਸ ਹਨ ਉਹਨਾਂ ਨੂੰ ਅਸੀਂ ਅਕਾਊਂਟ ਫॉर ਕਰੀਏ ਤੇ ਸਾਰਾ ਇਹਨਾਂ ਦਾ ਪੈਸਾ ਜਿਹੜਾ ਵਾਪਸ ਕਰਾਂਗੇ। ਆਪਾਂ ਵੀ ਹੈਵ ਐਡਡ 120B, ਇਟ ਮੇ ਬੀ ਪ੍ਰੀ ਪਲਾਨਡ, ਕੋਈ ਹੋ ਸਕਦਾ ਸਾਜ਼ਿਸ਼ ਦੇ ਤਹਿਤ ਇਹਨਾਂ ਨੂੰ ਬੁਲਾਇਆ ਹੋਵੇ, ਬਟ ਉਹ ਹਲੇ ਕਹਿਣਾ ਸਾਡੇ ਲਈ ਔਖਾ ਹੈ ਕਿਉਂਕਿ ਹਲੇ ਸਾਡੀ ਪੂਰੀ ਕਨਸਪੀਰੇਸੀ ਜਿਹੜੀ ਅਨਰੈਵਲ ਨਹੀਂ ਹੋਈ। ਨਹੀਂ, ਉਸ ਦਾ ਕੁਝ ਬਿਜ਼ਨਸ ਹੈ ਇਹਨਾਂ ਦਾ ਜੀ।